ਪੜ੍ਹਾਂਗੇ। ਪਹਿਲੇ 6 ਕਾਂਡ ਅਸੀਂ ਜੋ ਪੜ੍ਹ ਚੁੱਕੇ ਹਾਂ ਉਹ ਇਸ ਤਰ੍ਹਾਂ ਹਨ। ਨਵੇਂ ਲੋਕ ਨਵੇਂ ਕਜ਼ੀਏ, ਧੂਏਂ ਦਾ ਜੰਗਲ, ਸੂਰਜ ਗੋਡੇ ਗੋਡੇ, ਟੁੱਟੀ ਭੱਜੀ ਨੌਕਰੀ, ਵਿਹਲਾ ਚੱਕਰ, ਟੋਟਾ ਕੁ ਧੁੱਪ। ਜੋ ਇਸ ਸਮੈਸਟਰ ਦੇ ਵਿੱਚ ਅਸੀਂ ਕਾਂਡ ਪੜ੍ਹਾਂਗੇ ਉਹ ਇਸ ਤਰ੍ਹਾਂ ਹਨ। ਇੱਕ ਰੰਗ ਹੋਣੀ ਦਾ, ਸੁੱਕੀ ਡਾਲ 'ਤੇ ਪੀਲੇ ਪੱਤਰ, ਅੱਖਾਂ ਵਿੱਚ ਸੁਪਨੇ ਲਟਕੰਦੇ, ਸੁਪਨੇ ਦਾ ਇੱਕ ਲੌਕਿਕ ਸੱਚ, ਆਪਣੀ ਸੋਚ ਦੇ ਗਹਿਰੇ ਸਾਏ, ਧੁੱਪਾਂ ਪ੍ਰਗਟ ਹੋਈਆਂ। ਬੱਚਿਓ, ਹੁਣ ਤੱਕ ਅਸੀਂ ਲੇਖਕ ਦੇ ਜੀਵਨ ਬਾਰੇ ਕਾਫੀ ਕੁਝ ਪੜ੍ਹ ਚੁੱਕੇ ਹਾਂ। ਸਾਨੂੰ ਪਤਾ ਹੈ ਕਿ ਉਹ ਪਾਕਿਸਤਾਨ ਤੋਂ ਭਾਰਤ ਵਾਲੇ ਪਾਸੇ ਆਉਂਦੇ ਆ ਅਤੇ ਇਸ ਭਾਰਤ ਵਾਲੇ ਪਾਸੇ ਲੇਖਕ ਦੇ ਪਰਿਵਾਰ ਨੂੰ ਕਿਹਨਾਂ ਸਥਿਤੀਆਂ ਦਾ ਸਾਹਮਣਾ ਕਰਨਾ ਪੈਂਦਾ ਉਹ ਵੀ ਅਸੀਂ ਪੜ੍ਹ ਚੁੱਕੇ ਹਾਂ। ਥੋੜ੍ਹੇ ਜਿਹੇ ਪੈਸੇ 'ਤੇ ਉਹਨੂੰ ਨੌਕਰੀ ਕਰਨੀ ਪੈਂਦੀ ਹੈ, ਥਾਂ ਥਾਂ ਭਟਕਣਾ ਪੈਂਦਾ, ਇਹ ਵੀ ਪੜ੍ਹ ਚੁੱਕੇ ਹਾਂ। ਅਤੇ ਪਰਿਵਾਰ ਨੂੰ ਭੁੱਖ ਦੇ ਨਾਲ ਘੁਲਣਾ ਪੈਂਦਾ, ਇਹ ਵੀ ਆਪਾਂ ਹੁਣ ਤੱਕ ਜਾਣ ਚੁੱਕੇ ਹਾਂ। ਅੱਗੇ ਆਪਾਂ ਪੜ੍ਹਦੇ ਹਾਂ ਲੇਖਕ ਕੀ ਦੱਸਦਾ ਆਪਣੇ ਬਾਰੇ। ਇੱਕ ਰੰਗ ਹੋਣੀ ਦਾ। ਕੀ ਲਿਖਦਾ ਹੈ? ਹੋਣੀ ਦੇ ਕਈ ਰੰਗ ਡਾਢੇ ਰਾਸ ਆਉਂਦੇ ਨੇ। ਕਈ ਵਾਰ ਹੋਣੀ ਪਟਕਾ ਕੇ ਅਜਿਹੇ ਚੌਰਾਹੇ 'ਤੇ ਲਿਆ ਖੜਾ ਕਰਦੀ ਹੈ ਜਿੱਥੇ ਕਈ ਨਵੇਂ ਰਾਹ ਨਿਕਲਦੇ ਨੇ। ਹੋ ਸਕਦਾ ਹੈ ਉਹਨਾਂ ਵਿੱਚੋਂ ਕੋਈ ਰਾਹ ਬੜਾ ਰੰਗੀਨ ਹੋਵੇ ਅਤੇ ਤੁਹਾਡੇ ਸੁਪਨਿਆਂ ਨੂੰ ਸਾਕਾਰ ਕਰ ਦੇਵੇ। ਹੁਣ ਲੇਖਕ ਕੀ ਕਹਿੰਦਾ ਹੈ ਕਿ ਕੁਛ ਰਾਸਤੇ ਐਸੇ ਹੋ ਸਕਦੇ ਆ, ਤੁਹਾਨੂੰ ਜ਼ਿੰਦਗੀ ਦੇ ਵਿੱਚ ਕੁਛ ਐਸਾ ਰਾਸਤਾ ਮਿਲ ਸਕਦਾ ਹੈ ਜਿੱਥੇ ਆ ਕੇ ਤੁਹਾਡੀ ਕਿਸਮਤ ਬਦਲ ਸਕਦੀ ਹੈ ਜਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਕੁਛ ਨਵਾਂ ਹੋ ਸਕਦਾ। ਕੀ ਕਹਿੰਦਾ? ਸਿਵਲ GT ਕੰਪਨੀ ਦੀ ਨੌਕਰੀ ਤੋਂ ਮੇਰਾ ਮਨ ਉੱਬ ਗਿਆ ਸੀ। ਇਹ ਮੇਰੇ ਦਿਲ ਪਸੰਦ ਦੀ ਨੌਕਰੀ ਨਹੀਂ ਸੀ। ਜਿਸ ਕੰਮ ਧੰਦੇ ਵਿੱਚ ਬੰਦਾ ਖੁਦ ਨੂੰ ਆਪ ਹੀ ਨਾ ਪਛਾਣ ਸਕੇ ਜਾਂ ਉਹਦੀ ਹੋਂਦ ਬਿਖਰ ਬਿਖਰ ਜਾਵੇ, ਉਹ ਨੌਕਰੀ ਉਹਦੇ ਵਾਸਤੇ ਗੁਨਾਹ ਬੇਲੱਜਤ ਹੈ। ਅਸੀਂ ਪਿਛਲੇ ਕਾਂਡ ਦੇ ਵਿੱਚ ਪੜ੍ਹ ਚੁੱਕੇ ਹਾਂ ਕਿ ਲੇਖਕ ਆਪਣੀ ਇਸ ਨੌਕਰੀ ਤੋਂ ਬਹੁਤ ਖੁਸ਼ ਸੀ ਅਤੇ ਉਹ ਜਿਨ੍ਹਾਂ ਰਾਹਾਂ ਦੇ ਉੱਤੇ ਸਫ਼ਰ ਕਰਦਾ ਉਹਨਾਂ ਦੀ ਵੀ ਬਹੁਤ ਖੁੱਲ੍ਹ ਕੇ ਪ੍ਰਸ਼ੰਸਾ ਕਰਦਾ। ਪਰ ਹੁਣ ਉਹ ਕਹਿੰਦਾ ਹੈ ਕਿ ਮੇਰਾ ਮਨ ਇਸ ਨੌਕਰੀ ਤੋਂ ਵੀ ਅੱਕ ਚੁੱਕਿਆ ਸੀ। ਇੱਥੇ ਕੰਪਨੀ ਵਿੱਚ ਕੋਈ ਕੰਮ ਨਹੀਂ ਸੀ ਹੁੰਦਾ ਸਿਵਾਏ ਖਾਣ ਪੀਣ ਅਤੇ ਸੈਰ ਸਪਾਟੇ ਦੇ। ਉਹਨਾਂ ਰਾਹਾਂ 'ਤੇ ਬਾਰ-ਬਾਰ ਜਾ ਕੇ ਮਨ 'ਤੇ ਘਾਸੀ ਜਿਹੀ ਪੈ ਗਈ ਸੀ। ਹੌਲੀ ਹੌਲੀ ਇਹ ਸੈਰ ਵੀ ਅਜ਼ਾਬ ਬਣਦੀ ਗਈ। ਸਫ਼ਰ ਜੋ ਪਹਿਲਾਂ ਖੁਸ਼ੀ ਅਤੇ ਆਨੰਦ ਦਿੰਦਾ ਸੀ, ਹੁਣ ਜਿਸਮਾਨੀ ਹੀ ਨਹੀਂ ਮਾਨਸਿਕ ਥਕਾਵਟ ਬਣ ਕੇ ਰਹਿ ਗਿਆ। ਸੋ ਇਸ ਤਰ੍ਹਾਂ ਲੇਖਕ ਨੂੰ ਆਪਣੀ ਇਹ ਨੌਕਰੀ ਪਸੰਦ ਨਹੀਂ ਹੈ। ਬਾਰ-ਬਾਰ ਉਹਨਾਂ ਹੀ ਰਾਹਾਂ ਦਾ ਸਫ਼ਰ ਕਰਨਾ ਵੀ ਉਹਨੂੰ ਚੰਗਾ ਨਹੀਂ ਲੱਗਦਾ। ਇੱਥੇ ਤਾਂ ਬਸ ਸਰੀਰ ਕਮਾਇਆ ਜਾ ਸਕਦਾ ਸੀ। ਮੇਰੀ ਸਿਹਤ ਅੱਛੀ ਹੋ ਗਈ ਸੀ। ਸਰੀਰ ਨਵਾਂ ਨਰੋਆ, ਹੱਡਾਂ ਵਿੱਚ ਬੜੀ ਭੁੱਖ ਨਿਕਲ ਚੁੱਕੀ ਸੀ। ਫਲ ਅਤੇ ਆਂਡੇ ਖਾ ਖਾ ਕੇ ਮਨ ਉਕਤਾ ਗਿਆ। ਲੰਮੀ ਵੇਹਲ ਦਾ ਆਨੰਦ ਵੀ ਖੂਬ ਲਿਆ। ਰੱਜ ਕੇ ਸੌਣਾ, ਰੱਜ ਕੇ ਸੈਰ ਕਰਨੀ, ਦੁਪਹਿਰੇ ਸੌਣ ਦੀ ਆਦਤ ਮੈਨੂੰ ਉਦੋਂ ਹੀ ਪਈ ਸੀ ਜੋ ਹੁਣ ਤੱਕ ਉਂਝ ਦੀ ਉਂਝ ਕਾਇਮ ਹੈ। ਸੋ ਲੇਖਕ ਨੇ ਇਸ ਨੌਕਰੀ ਦੇ ਵਿੱਚ ਕਾਫੀ ਚੰਗੇ ਦਿਨ ਵੀ ਦੇਖੇ, ਕਿਉਂਕਿ ਪਹਿਲਾਂ ਉਹ ਖੁਦ ਲਿਖਦਾ ਹੈ ਕਿ ਚੰਗੀ ਤਰ੍ਹਾਂ ਰੋਟੀ ਪਾਣੀ ਨਾ ਖਾਣ ਕਰਕੇ ਉਹਦਾ ਸਰੀਰ ਕਾਫੀ ਪਤਲਾ ਹੋ ਚੁੱਕਿਆ ਸੀ। ਪਰ ਹੁਣ ਇੱਥੇ ਨੌਕਰੀ ਦੇ ਵਿੱਚ ਉਹਨਾਂ ਨੂੰ ਵੇਲ ਵੀ ਕਾਫੀ ਸੀ ਅਤੇ ਖਾਣ ਪੀਣ ਨੂੰ ਵੀ ਰੱਜ ਕੇ ਮਿਲਦਾ ਸੀ, ਪਰ ਫਿਰ ਵੀ ਉਹਨੂੰ ਇਹ ਨੌਕਰੀ ਆਪਣੀ ਚੰਗੀ ਨਹੀਂ ਲੱਗਦੀ। ਕੀ ਲਿਖਦਾ ਹੈ? ਮੈਂ ਇਹ ਨੌਕਰੀ ਛੱਡਣਾ ਚਾਹੁੰਦਾ ਸਾਂ ਪਰ ਛੱਡ ਨਹੀਂ ਸੀ ਸਕਦਾ। ਕੰਬਲ ਵਾਲੀ ਗੱਲ ਬਣ ਗਈ ਸੀ। ਹੁਣ ਕੰਬਲ ਮੈਨੂੰ ਨਹੀਂ ਸੀ ਛੱਡ ਰਿਹਾ। ਬੱਚਿਓ, ਤੁਸੀਂ ਇਹ ਕਹਾਵਤ ਸੁਣੀ ਹੋਏਗੀ, ਮੈਂ ਤਾਂ ਕੰਬਲ ਨੂੰ ਛੱਡਦਾ ਪਰ ਕੰਬਲ ਮੈਨੂੰ ਨਹੀਂ ਛੱਡਦਾ। ਬੱਚਿਓ, ਇੱਕ ਛੋਟੀ ਜਿਹੀ ਕਹਾਣੀ ਹੈ। ਕਹਾਣੀ ਕੀ ਹੈ? ਦੋ ਦੋਸਤ ਹੁੰਦੇ ਆ ਜੋ ਕਿ ਨਦੀ ਦੇ ਕਿਨਾਰੇ ਬੈਠੇ ਹੁੰਦੇ ਆ। ਨਦੀ ਦੇ ਵਿੱਚ ਉਹ ਇੱਕ ਕੰਬਲ ਵਰਗਾ ਕੁਛ ਰੁੜਿਆ ਜਾਂਦਾ ਦੇਖਦੇ ਆ। ਉਹਨਾਂ ਨੂੰ ਉਹ ਕੰਬਲ ਲੱਗਦਾ ਹੈ ਅਤੇ ਇੱਕ ਦੋਸਤ ਉਸ ਕੰਬਲ ਨੂੰ ਫੜਨ ਦੇ ਲਈ ਨਦੀ ਵਿੱਚ ਕੁੱਦ ਜਾਂਦਾ। ਉਹ ਉਸ ਕੰਬਲ ਨੂੰ ਜਾ ਕੇ ਹੱਥ ਪਾ ਲੈਂਦਾ ਅਤੇ ਜਦੋਂ ਉਹ ਹੱਥ ਪਾਉਂਦਾ ਤਾਂ ਉਹਨੂੰ ਪਤਾ ਲੱਗਦਾ ਕਿ ਉਹ ਕੰਬਲ ਨਾ ਹੋ ਕੇ ਇੱਕ ਰਿੱਛ ਹੈ ਜੋ ਕਿ ਉਹਨੂੰ ਉਸ ਨਦੀ ਵਿੱਚ ਵੜੇ ਬੰਦੇ ਨੂੰ ਹੀ ਚਿੰਬੜ ਜਾਂਦਾ ਅਤੇ ਹੁਣ ਉਹ ਤੋਂ ਪਿੱਛਾ ਛੁਡਾਉਣ ਦੇ ਲਈ ਕਾਫੀ ਗੁੱਥਮ ਗੁੱਥੀ ਹੁੰਦਾ, ਪਰ ਰਿੱਛ ਉਹਨੂੰ ਛੱਡਦਾ ਨਹੀਂ ਹੈ ਅਤੇ ਬਾਹਰ ਖੜ੍ਹਾ ਦੋਸਤ ਉਹਨੂੰ ਆਵਾਜ਼ਾਂ ਦਿੰਦਾ ਹੈ ਕਿ ਜੇਕਰ ਕੰਬਲ ਭਾਰਾ ਹੈ ਤਾਂ ਉਹਨੂੰ ਛੱਡ ਦੇਵੇ, ਉਹ ਉਹਨੂੰ ਰੋੜ ਲੈਣ ਦੇਵੇ ਅਤੇ ਉਹ ਆਪ ਬਾਹਰ ਆ ਜਾਵੇ। ਅਤੇ ਫਿਰ ਉਹ ਅੰਦਰ ਵੜਿਆ, ਨਦੀ ਦੇ ਵਿੱਚ ਵੜਿਆ ਉਹਦਾ ਦੋਸਤ ਉਹਨੂੰ ਕਹਿੰਦਾ ਹੈ ਕਿ ਮੈਂ ਤਾਂ ਕੰਬਲ ਨੂੰ ਛੱਡਦਾ ਪਰ ਇਹ ਕੰਬਲ ਮੈਨੂੰ ਨਹੀਂ ਛੱਡਦਾ। ਹੁਣ ਇੱਥੇ ਲੇਖਕ ਇਸੇ ਗੱਲ ਨੂੰ ਦੱਸਦਾ ਹੈ ਕਿ ਉਹ ਤਾਂ ਨੌਕਰੀ ਛੱਡਣੀ ਚਾਹੁੰਦਾ ਹੈ ਪਰ ਨੌਕਰੀ ਉਹਨੂੰ ਨਹੀਂ ਛੱਡ ਰਹੀ। ਕੀ ਕਹਿੰਦਾ? ਮੇਰੀ ਅਤੇ ਸਵਰਨ ਸਿੰਘ ਦੀ ਤਨਖਾਹ ਨਾਲ ਦਿੱਲੀ ਸਾਰਾ ਟੱਬਰ 8 ਜੀ ਪਲ ਰਿਹਾ ਸੀ।
ਆਪਾਂ ਪੜ੍ਹ ਚੁੱਕੇ ਹਾਂ। ਸਵਰਨ ਸਿੰਘ ਲੇਖਕ ਦਾ ਭਰਾ ਹੈ। ਅਸਾਂ ਦੋਹਾਂ ਭਰਾਵਾਂ ਨੂੰ ਜੋ ਤਨਖਾਹ ਮਿਲਦੀ ਉਸ ਵਿੱਚੋਂ ਅਸੀਂ 5-10 ਰੁਪਏ ਕੋਲ ਰੱਖ ਕੇ ਬਾਕੀ ਦੇ ਦਿੱਲੀ ਮਨੀ ਆਰਡਰ ਕਰਵਾ ਦਿੰਦੇ ਸਾਂ। ਜੇ ਮੈਂ ਨੌਕਰੀ ਖੁਦ ਛੱਡਦਾ ਹਾਂ ਤਾਂ ਸਵਰਨ ਅਤੇ ਭਾਬੀ ਜੀ ਮੈਨੂੰ ਗੈਰ ਜ਼ਿੰਮੇਵਾਰ ਸਮਝਣਗੇ, ਪਰ ਜੇ ਮੈਨੂੰ ਕਿਸੇ ਤਰ੍ਹਾਂ ਨੌਕਰੀ ਤੋਂ ਜਵਾਬ ਮਿਲ ਜਾਵੇ, ਪਰ ਇਹ ਤਾਂ ਹੀ ਹੋ ਸਕਦਾ ਸੀ ਜੇ ਮੈਂ ਕਿਸੇ ਗੱਲੋਂ ਅਫਸਰਾਂ ਨਾਲ ਉਲਝ ਪਵਾਂ। ਇਸ ਤਰ੍ਹਾਂ ਦੀ ਸਥਿਤੀ ਵਿੱਚ ਹੀ ਮੇਰੀ ਸੈਕਸ਼ਨ ਦਾ ਮੇਰਾ ਸਾਥੀ ਕਲਰਕ ਰਾਮ ਨਰੈਣ ਕੱਢਿਆ ਗਿਆ ਸੀ। ਉਹ ਸੁਪਰਵਾਈਜ਼ਰ ਨਾਲ ਕਿਸੇ ਗੱਲੋਂ ਉਲਝ ਪਿਆ। ਗੱਲ ਬੋਲ ਬਰਾਲੇ ਤੱਕ ਜਾ ਪੁੱਜੀ। ਉਸਦੇ ਦੋਸਤਾਂ ਨੇ ਹੀ ਉਸਨੂੰ ਧੁਖਣੀ ਦੇ ਰੱਖੀ ਸੀ ਅਤੇ ਉਹ ਕਿਸੇ ਬੇਇਨਸਾਫੀ ਵਿਰੁੱਧ ਅਫਸਰ ਨਾਲ ਆਕੜ ਖਲੋਤਾ ਸੀ। ਹੁਣ ਜਿਸ ਆਪਣੇ ਨਾਲ ਦੇ ਰਾਮ ਨਰੈਣ ਕਲਰਕ ਦੀ ਲੇਖਕ ਗੱਲ ਕਰ ਰਿਹਾ, ਉਹ ਕਹਿੰਦਾ ਹੈ ਕਿ ਉਹਦੇ ਦੋਸਤਾਂ ਨੇ ਉਹਨੂੰ ਚੁੱਕਿਆ ਅਤੇ ਉਹ ਜਾ ਕੇ ਅਫਸਰ ਦੇ ਨਾਲ ਉਲਝ ਪਿਆ ਕਿਸੇ ਬੇਇਨਸਾਫੀ ਦੇ ਵਿਰੁੱਧ। ਰਾਮ ਨਰੈਣ ਬੜਾ ਸਾਊ ਬੰਦਾ ਸੀ, ਪਰ ਕੰਪਨੀ ਵਿੱਚ ਹੁੰਦੀਆਂ ਜ਼ਿਆਦਤੀਆਂ ਵਿਰੁੱਧ ਉਹਦਾ ਮਨ ਭੜਕ ਉੱਠਿਆ ਅਤੇ ਅੰਦਰ ਡੱਕਿਆ ਉਬਾਲ ਬਾਹਰ ਨਿਕਲ ਆਇਆ। ਗੱਲ ਮੇਜਰ ਤੱਕ ਜਾ ਪੁੱਜੀ। ਉਸੇ ਪੈਰ ਉਹਦੀ ਛੁੱਟੀ ਹੋ ਗਈ। ਸੁਪਰਵਾਈਜ਼ਰ ਨੇ ਜੋ ਸੱਚ ਝੂਠ ਕਿਹਾ ਉਹ ਸੱਚ ਮੰਨ ਲਿਆ ਗਿਆ ਸੀ। ਸਭ ਦੇ ਸਾਹਮਣੇ ਰਾਮ ਨਰੈਣ ਇੱਕ ਹੱਥ ਟਰੰਕ ਚੁੱਕੀ, ਕੱਛ ਹੇਠ ਬਿਸਤਰਾ ਦਿੱਤੀ, ਸ਼ਰਮ ਨਾਲ ਪਾਣੀ ਪਾਣੀ ਹੋਇਆ ਨਿਕਲ ਤੁਰਿਆ, ਪਰ ਕਿਸੇ ਉਸ ਨਾਲ ਸੁੱਕੀ ਹਮਦਰਦੀ ਵੀ ਨਾ ਜਤਾਈ। ਉਸਦੇ ਸਭ ਸਾਥੀ ਚੁੱਪ-ਚਾਪ ਖੜ੍ਹੇ ਵੇਖਦੇ ਰਹੇ, ਸਗੋਂ ਉਸਦੇ ਚਲੇ ਜਾਣ ਦੇ ਬਾਅਦ ਉਸਦੀ ਨਿੰਦਿਆ ਕਰਨ ਲੱਗੇ। ਬੱਚਿਓ, ਇਹ ਸੱਚਾਈ ਹੈ, ਇਹੀ ਸਾਰਾ ਕੁਝ ਹੁੰਦਾ ਹੈ। ਕਿਸੇ ਦੀ ਚੱਕ ਦੇ ਵਿੱਚ ਆ ਕੇ ਸਾਨੂੰ ਕੋਈ ਵੀ ਫੈਸਲਾ ਨਹੀਂ ਕਰਨਾ ਚਾਹੀਦਾ। ਸਾਡੇ ਕੋਲ ਖੁਦ ਕੋਲ ਬੁੱਧੀ ਹੈ, ਉਹਨੂੰ ਵਰਤਣਾ ਜ਼ਰੂਰੀ ਹੈ। ਮੈਂ ਇਸ ਤਰ੍ਹਾਂ ਨਹੀਂ ਸੀ ਜਾਣਾ ਚਾਹੁੰਦਾ। ਪੱਤ ਲੁਹਾ ਕੇ ਅਗਲੇ ਹੀ ਦਿਨ ਉਸਦੀ ਥਾਂ ਨਵਾਂ ਕਲਰਕ ਰੱਖ ਲਿਆ ਗਿਆ ਸੀ। ਕੰਪਨੀ ਦਾ ਪੱਤਾ ਤੱਕ ਨਹੀਂ ਸੀ ਹਿੱਲਿਆ, ਕਿਸੇ ਹੌਂਕਾ ਤੱਕ ਨਹੀਂ ਸੀ ਭਰਿਆ। 50 ਟੱਪੇ ਰਾਮ ਨਰੈਣ ਨੂੰ 10 ਜਨਮ ਇਹੋ ਜਿਹੀ ਆਰਾਮ ਦੀ ਨੌਕਰੀ ਨਹੀਂ ਸੀ ਮਿਲਣੀ। ਅਜਿਹਾ ਜਾਣਾ ਵੀ ਕੋਈ ਜਾਣਾ ਹੋਇਆ। ਮੈਂ ਇੱਥੋਂ ਸਹਿਜ ਭਾਵ ਵਿੱਚ ਜਾਣਾ ਚਾਹੁੰਦਾ ਸਾਂ। ਮੇਰੀ ਜ਼ਿੰਦਗੀ ਦਾ ਨਾਇਕ ਹਮੇਸ਼ਾ ਰੱਬ ਰਿਹਾ ਹੈ। ਹੁਣ ਲੇਖਕ ਰੱਬ ਨੂੰ ਆਪਣੀ ਜ਼ਿੰਦਗੀ ਵਿੱਚ ਅਹਿਮੀਅਤ ਦਿੰਦਾ ਹੈ, ਉਹਨੂੰ ਮੰਨਦਾ ਹੈ। ਇਹ ਮੇਰੀ ਜ਼ਿੰਦਗੀ ਵਿੱਚੋਂ ਕਿਸੇ ਵੇਲੇ ਗੈਰ ਹਾਜ਼ਰ ਹੋਵੇ, ਖਾਰਜ ਕਦੇ ਨਹੀਂ ਹੋਇਆ। ਉਹ ਮੇਰਾ ਪਥ ਪ੍ਰਦਰਸ਼ਕ, ਮੇਰਾ ਰਹਿਨੁਮਾ ਹੈ। ਮੈਂ ਕਈ ਵਾਰ ਉਹਦੇ ਰਾਹੋਂ ਉਲਟ ਦਿਸ਼ਾ ਵੱਲ ਵੀ ਚੱਲਿਆ ਹੋਵਾਂ, ਪਰ ਮੇਰੀ ਨਜ਼ਰ ਉਹਦੇ ਰਾਹ ਵੱਲ ਹੀ ਟਿਕੀ ਰਹੀ ਹੈ। ਸੋ ਪਰਮਾਤਮਾ ਵਿੱਚ ਆਪਣਾ ਵਿਸ਼ਵਾਸ ਸਾਨੂੰ ਹਮੇਸ਼ਾ ਬਣਾਏ ਰੱਖਣਾ ਚਾਹੀਦਾ। ਮੈਂ ਉਸ ਤੋਂ ਅਥਾਹ ਸ਼ਕਤੀ ਪ੍ਰਾਪਤ ਕੀਤੀ ਹੈ, ਆਤਮਿਕ ਤੇ ਮਾਨਸਿਕ ਬਲ। ਹਰ ਪੀੜਾ ਵੇਲੇ ਉਹ ਸਾਹਸ ਬਣ ਕੇ ਮੇਰੇ ਅੰਗ ਸੰਗ ਰਿਹਾ ਹੈ। ਮੈਂ ਉਹਦੇ ਨਾਲ ਬੜੀਆਂ ਗੱਲਾਂ ਕੀਤੀਆਂ ਨੇ, ਸਿਮਰਿਆ ਵੀ ਹੈ ਤੇ ਖੂਬ ਝਗੜਿਆ ਵੀ ਹਾਂ। ਅੱਜ ਮੈਂ ਫਿਰ ਪੀੜਾਂ ਵਿੱਚ ਸਾਂ। ਮੇਰਾ ਅੰਦਰਲਾ ਖਾਲੀ ਖਾਲੀ ਸੀ, ਕੰਮ ਵਿੱਚ ਰੂਹ ਨਹੀਂ ਸੀ ਭਿੱਜਦੀ। ਇਤਨੇ ਵੱਡੇ ਕਾਫਲੇ ਨਾਲ ਵੀ ਤੁਰਦਿਆਂ ਇੰਜ ਲੱਗਦਾ ਸੀ ਜਿਵੇਂ ਕਿਸੇ ਸ਼ਹਿਰ ਵਿੱਚੋਂ ਕੱਲ ਮਕੱਲਾ ਲੰਘ ਰਿਹਾ ਹੋਵਾਂ। ਰੱਜਿਆ ਹੋਣ ਦੇ ਬਾਵਜੂਦ ਵੀ ਤ੍ਰਿਪਤੀ ਨਹੀਂ ਸੀ ਹੋ ਰਹੀ। ਮੈਂ ਇੱਥੋਂ ਜਾਣਾ ਚਾਹੁੰਦਾ ਸਾਂ ਇੱਜ਼ਤ ਆਬਰੂ ਨਾਲ, ਪਰ ਕੋਈ ਸਬੀਲ ਨਹੀਂ ਸੀ ਬਣਦੀ। ਸੋ ਡੋਰੀ ਰੱਬ 'ਤੇ ਸੁੱਟ ਦਿੱਤੀ। ਅਤੇ ਫਿਰ ਇੱਕ ਦਿਨ ਬੜੀ ਅਜੀਬ ਜਿਹੀ ਘਟਨਾ ਵਾਪਰੀ। ਮੈਂ ਆਪਣੇ ਟੈਂਟ ਵਿੱਚ ਕੁਰਸੀ 'ਤੇ ਬੈਠਾ ਇੱਧਰ ਉੱਧਰ ਝਾਕ ਰਿਹਾ ਸਾਂ। ਕੋਈ ਕੰਮ ਨਹੀਂ ਸੀ ਕਰਨ ਵਾਲਾ। ਅਚਾਨਕ ਮੇਰੀ ਨਜ਼ਰ ਬਾਹਰ ਟਹਿਲਦੇ ਮੇਜਰ ਸਾਹਿਬ 'ਤੇ ਪਈ, ਜੋ ਕੰਪਨੀ ਦਾ ਕਮਾਂਡਿੰਗ ਅਫਸਰ ਸੀ, ਸਾਰੀ ਯੂਨਿਟ ਦਾ ਇੰਚਾਰਜ, ਮਾਲਕ, ਸਿਆਹ ਸਫੈਦ ਕਰਨ ਵਾਲਾ, ਭਾਵ ਕਾਫੀ ਉਹ ਲੁੱਟਖੋ ਕਰਦਾ ਹੋਏਗਾ। ਕਹਿੰਦਾ, ਇਹ ਇੱਧਰ ਕਿੱਧਰ? ਮੈਂ ਧਿਆਨ ਨਾਲ ਉੱਧਰ ਵੇਖਣ ਲੱਗਾ। ਉਹ ਇਸ ਤਰ੍ਹਾਂ ਇੱਧਰ ਕਦੇ ਨਹੀਂ ਸੀ ਘੁੰਮਣ ਆਇਆ, ਜਿਵੇਂ ਚਹਿਲ ਕਦਮੀ ਕਰ ਰਿਹਾ ਹੋਵੇ। ਉਹ ਮੇਰੇ ਟੈਂਟ ਦੇ ਨੇੜੇ 20-25 ਕਦਮਾਂ ਦੇ ਫਾਸਲੇ 'ਤੇ ਖੜ੍ਹਾ ਹੋ ਗਿਆ। ਮੈਂ ਹੈਰਾਨ ਜਿਹਾ ਹੋ ਕੇ ਵੇਖਣ ਲੱਗਾ। ਉੱਚਾ ਲੰਮਾ ਅਤੇ ਪਲੇ ਹੋਏ ਬਿੱਲੇ ਵਾਂਗ ਮੋਟਾ ਤਾਜ਼ਾ। ਮੈਨੂੰ ਉਹ ਫਿੱਟੇ ਹੋਏ ਸੰਡੇ ਵਾਂਗ ਲੱਗਦਾ ਸੀ। ਪਹਿਲਾ ਮੇਜਰ, ਜਿਸ ਮੈਨੂੰ ਨੌਕਰੀ 'ਤੇ ਰੱਖਿਆ ਸੀ ਅਤੇ ਜੋ ਬੜਾ ਸਾਊ ਅਤੇ ਨਰਮ ਮਿਜ਼ਾਜ ਸੀ, ਤਬਦੀਲ ਹੋ ਕੇ ਚਲਾ ਗਿਆ ਸੀ। ਇਹ ਨਵਾਂ ਮੇਜਰ ਬਹੁਤਿਆਂ ਨੂੰ ਚੰਗਾ ਨਹੀਂ ਸੀ ਲੱਗਾ। ਸ਼ੱਕੀ ਮਿਜ਼ਾਜ, ਹਰੇਕ 'ਤੇ ਨਜ਼ਰ ਰੱਖਣ ਵਾਲਾ, ਗੱਲ-ਗੱਲ 'ਤੇ ਧਮਕਾਉਂਦਾ ਫਿਰਦਾ। ਪਿੱਛੇ ਜਿਹੇ ਇਸ ਮੇਜਰ ਦੀ ਜੇਬ ਵਿੱਚੋਂ ਕਿਸੇ 20 ਰੁਪਈਏ ਕੱਢ ਲਏ ਸਨ। ਹੋ ਸਕਦਾ ਹੈ ਕਿਧਰੇ ਡਿੱਗ ਪਏ ਹੋਣ। ਕੋਟ ਕੀਲੀ 'ਤੇ ਟੰਗਿਆ ਹੋਇਆ ਸੀ।
ਮੇਜਰ ਦੇ ਕਮਰੇ ਵਿੱਚ 2 ਹੀ ਅਰਦਲੀ ਆਉਂਦੇ ਸਨ। ਅਰਦਲੀ ਭਾਵ ਨੌਕਰ। ਮੇਜਰ ਦਾ ਖਿਆਲ ਸੀ ਕਿ ਉਹਨਾਂ ਦੋਹਾਂ ਵਿੱਚੋਂ ਕਿਸੇ ਇੱਕ ਦੀ ਇਹ ਕਰਤੂਤ ਸੀ। ਜਦੋਂ ਦੋਵੇਂ ਅਰਦਲੀ ਮੁਨਕਰ ਹੋ ਗਏ ਤਾਂ ਮੇਜਰ ਨੇ ਪੁਲਿਸ ਨੂੰ ਬੁਲਵਾ ਕੇ ਦੋਹਾਂ ਦੀ ਖੂਬ ਪਿਟਵਾਈ ਕਰਵਾਈ। ਬੈਂਤਾਂ ਨਾਲ ਰੂੰ ਵਾਂਗ ਪਿੰਜਿਆ। ਦੋਹਾਂ 'ਚੋਂ ਇੱਕ ਸੱਲ ਗਿਆ। ਜਿਹੜਾ ਸੱਲ ਗਿਆ ਕਿ ਚੋਰੀ ਮੈਂ ਕੀਤੀ ਏ, ਉਸ ਤੋਂ 20 ਰੁਪਏ ਲੈ ਕੇ ਦੂਜੇ ਮਾਸੂਮ ਆਲੂਏ ਜਿਹੇ ਮੁੰਡੇ ਨੂੰ ਮਾਰ ਖਾਣ ਦੇ ਇਨਾਮ ਵਜੋਂ ਦੇ ਦਿੱਤੇ ਗਏ। ਉਹ ਆਲੂਆ ਮੁੰਡਾ ਹਫ਼ਤਾ ਭਰ ਮੰਜੇ ਤੋਂ ਨਾ ਉੱਠਿਆ, ਦਰਦ ਨਾਲ ਕੁਰਾਂਦਾ ਰਿਹਾ। ਜਿਸ ਸ਼ਖਸ ਨੇ ਚੋਰੀ ਦਾ ਇਕਬਾਲ ਕੀਤਾ ਸੀ, ਉਹ ਕਹਿੰਦਾ ਫਿਰਦਾ ਐਡੀ ਮਾਰ ਖਾਣ ਨਾਲੋਂ ਇਕਬਾਲ ਕਰਕੇ 20 ਰੁਪਏ ਦੇ ਦੇਣ ਵਿੱਚ ਹੀ ਬਿਹਤਰੀ ਸੀ। ਇਕਬਾਲ ਕਰਨ ਵਾਲੇ ਦੀ ਆਵਾਜ਼ ਬੜੀ ਸੁਰੀਲੀ ਸੀ। ਉਹ ਬੜੀ ਮਧੁਰ ਸੁਰ ਵਿੱਚ ਕਦੇ ਕਦੇ ਰਾਤ ਵੇਲੇ ਗਾਇਆ ਕਰਦਾ ਸੀ। ਫਜ਼ਾ ਟਿਕ ਜਾਂਦੀ, ਸਮਾਂ ਕੀਲਿਆ ਜਾਂਦਾ। ਐਡੀ ਮਿੱਠੀ ਸੁਰ ਵਿੱਚ ਗਾਉਣ ਵਾਲਾ ਕਦੇ ਅਜਿਹੀ ਕਮੀਨੀ ਹਰਕਤ ਨਹੀਂ ਸੀ ਕਰ ਸਕਦਾ। ਦੂਜਾ ਮੁੰਡਾ ਤਾਂ ਇਤਨਾ ਮਾਸੂਮ ਸੀ ਕਿ ਚੋਰੀ ਦਾ ਪਰਛਾਵਾਂ ਵੀ ਨਹੀਂ ਸੀ ਸਹਿ ਸਕਦਾ। ਸੋ ਲੇਖਕ ਦੇ ਅਨੁਸਾਰ ਉਹ ਜਿਸ ਨੂੰ ਪਕੜ ਲਿਆ ਗਿਆ ਉਹ ਦੋਸ਼ੀ ਨਹੀਂ ਹੈ ਅਤੇ ਉਹਨੇ ਸਿਰਫ ਕੁੱਟ ਤੋਂ ਬਚਣ ਦੇ ਲਈ ਇਹ ਇਲਜ਼ਾਮ ਆਪਣੇ ਸਿਰ ਦੇ ਉੱਤੇ ਲੈ ਲਿਆ। ਸੋ ਇਸ ਤਰ੍ਹਾਂ ਇਹ ਜੋ ਨਵਾਂ ਅਫਸਰ ਆਇਆ ਹੈ, ਲੇਖਕ ਦੇ ਅਨੁਸਾਰ ਉਹ ਬਹੁਤ ਬੁਰਾ ਅਤੇ ਇਸ ਤਰ੍ਹਾਂ ਸ਼ਾਇਦ ਲੇਖਕ ਨੂੰ ਮੌਕਾ ਮਿਲ ਜਾਵੇ ਕਿ ਉਹ ਇਸ ਨੌਕਰੀ ਤੋਂ ਨਿਕਲ ਸਕੇ। ਪੜ੍ਹਦੇ ਹਾਂ ਕੀ ਲਿਖਦਾ ਹੈ ਲੇਖਕ। ਕੰਪਨੀ ਵਿੱਚ ਇੱਕ ਤੂਫਾਨ ਉੱਠਿਆ ਪਰ ਸ਼ਾਂਤ ਹੋ ਕੇ ਰਹਿ ਗਿਆ। ਸਾਰੀ ਕੰਪਨੀ ਤਰਾ ਕੇ ਚੁੱਪ ਹੋ ਗਈ। ਹੁਣ ਅਜਿਹਾ ਅਫਸਰ ਜਦੋਂ ਇਹਨਾਂ ਕਿਸੇ ਦੇ ਨਾਲ ਬੇਨਿਆਈ ਤੋਂ ਕੰਮ ਲੈਂਦਾ ਤਾਂ ਸਾਰੇ ਸਹਿਕ ਜਾਂਦੇ ਆ। ਠੀਕ ਹੁੰਦੇ ਭਾਵੇਂ ਉਹ ਠੀਕ ਵੀ ਹੋਣ ਤਾਂ ਵੀ ਉਹ ਮੰਨ ਜਾਂਦੇ ਆ ਕਿ ਅਸੀਂ ਹੀ ਗਲਤ ਹੈ, ਕਿਉਂਕਿ ਇਹੋ ਜਿਹੇ ਬੰਦੇ ਤੋਂ ਬਚਣਾ ਸੌਖਾ ਨਹੀਂ ਹੈ ਅਤੇ ਨੌਕਰੀ ਤਾਂ ਸਾਰਿਆਂ ਨੂੰ ਪਿਆਰੀ ਹੁੰਦੀ ਹੈ ਅਤੇ ਇਸ ਕਰਕੇ ਉਹਦੇ ਸਾਹਮਣੇ ਕੋਈ ਬੋਲਣ ਦੇ ਲਈ ਤਿਆਰ ਨਹੀਂ ਹੈ ਤਾਂ ਸਾਰੇ ਤਬਕ ਕੇ ਬਹਿ ਜਾਂਦੇ ਆ। ਅਤੇ ਫਿਰ ਬਿਫਰਿਆ ਹੋਇਆ ਸੰਡਾ ਅੱਜ ਮੇਰੇ ਟੈਂਟ ਦੇ ਨੇੜੇ ਕਿਉਂ ਆ ਖੜ੍ਹਾ ਹੋਇਆ। ਮੈਂ ਬਾਹਰ ਝਾਕਣ ਲੱਗਾ। ਮੇਰੀਆਂ ਨਜ਼ਰਾਂ ਮੇਜਰ ਨਾਲ ਜਾ ਟਕਰਾਈਆਂ। ਉਸਨੇ ਮੈਨੂੰ ਇਸ਼ਾਰੇ ਨਾਲ ਬਾਹਰ ਸੱਦਿਆ। ਮੈਂ ਹੈਰਾਨ ਜਿਹਾ ਹੋਇਆ ਤੁਰ ਪਿਆ। ਉਹ ਮੈਨੂੰ ਹੱਸ ਕੇ ਮਿਲਿਆ। ਤੁਸੀਂ ਸਰਦਾਰ ਸੁੰਦਰ ਸਿੰਘ ਜੀ ਦੇ ਲੜਕੇ ਹੋ ਨਾ? ਉਸਨੇ ਮੁਸਕਰਾਉਂਦੇ ਹੋਏ ਬੜੀ ਆਪਣਤ ਨਾਲ ਕਿਹਾ। ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ। ਮੇਰੇ ਪਿਤਾ ਜੀ ਕਲਕੱਤਾ ਦਫ਼ਤਰ ਵਿੱਚ DA CMA ਸਨ। ਜੀ ਹਾਂ, ਮੈਂ ਮਾਣ ਨਾਲ ਕਿਹਾ। ਫਿਰ ਉਸ ਮੇਰੇ ਪਰਿਵਾਰ ਅਤੇ ਘਰ ਬਾਹਰ ਬਾਰੇ ਖੈਰ ਖਰੀਅਤ ਇਉਂ ਪੁੱਛੀ ਜਿਵੇਂ ਉਹ ਸਾਡਾ ਕੋਈ ਸੁਹਿਰਦ ਸੁਨੇਹੀ ਹੋਵੇ। ਮੈਨੂੰ ਹੈਰਾਨੀ ਹੋ ਰਹੀ ਸੀ ਕਿ ਇਹ ਬਿਫਰਿਆ ਹੋਇਆ ਸੰਡਾ ਅੱਜ ਗਊ ਦੇ ਦੁੱਧ ਵਾਂਗ ਮਿੱਠਾ ਕਿਉਂ ਹੈ। ਕੂਲੀਆਂ ਮਿੱਠੀਆਂ ਗੱਲਾਂ ਉਸ ਕਦੇ ਕਿਸੇ ਨਾਲ ਨਹੀਂ ਸਨ ਕੀਤੀਆਂ। ਉਹਦੇ ਮੂੰਹ ਵਿੱਚ ਤਾਂ ਭਖੜਾ ਉੱਗਿਆ ਰਹਿੰਦਾ। ਬੱਚਿਓ, ਭਖੜਾ ਤੁਸੀਂ ਖੇਤਾਂ ਦੇ ਵਿੱਚ ਦੇਖਿਆ ਹੋਏਗਾ। ਇਹਦੇ ਕੰਡੇ ਬਹੁਤ ਤਿੱਖੇ ਹੁੰਦੇ ਆ। ਹੁਣ ਲੇਖਕ ਇਹਨੂੰ ਭਖੜਾ ਦੱਸਦਾ ਇਸ ਅਫਸਰ ਨੂੰ। ਝੱਟ ਕੁ ਉਹ ਇੱਧਰ ਉੱਧਰ ਦੀਆਂ ਗੱਲਾਂ ਕਰਦਾ ਰਿਹਾ, ਮਾਸੂਮ ਜਿਹੀਆਂ, ਜਿਵੇਂ ਸਨੇਹੀਆਂ ਨਾਲ ਕੀਤੀਆਂ ਜਾਂਦੀਆਂ ਹਨ। ਫਿਰ ਉਹ ਮੈਨੂੰ ਪੂਰੇ ਭਰੋਸੇ 'ਚ ਲੈ ਕੇ ਕਹਿਣ ਲੱਗਾ, ਬੇਦੀ, ਮੈਨੂੰ ਤੇਰੀ ਮਦਦ ਦੀ ਲੋੜ ਏ, ਕਰੇਂਗਾ? ਮੈਂ ਤੁਹਾਡੀ ਕੀ ਮਦਦ ਕਰ ਸਕਦਾ? ਮੈਂ ਹੈਰਾਨ ਹੋ ਕੇ ਪੁੱਛਿਆ। ਮੈਂ ਤਾਂ ਕਿਸੇ ਦਾ ਕੁਝ ਨਹੀਂ ਸੰਭਾਲ ਸਕਦਾ। ਕੰਪਨੀ ਵਿੱਚ ਅੰਦਰ ਖਾਤੇ ਬੜੀ ਗੜਬੜ ਹੋ ਰਹੀ ਏ। ਤੂੰ ਮੈਨੂੰ ਉਹਦੇ ਬਾਰੇ ਖਬਰਾਂ ਦਿੰਦਾ ਰਿਹਾ ਕਰ। ਉਸਨੇ ਤਿਰਛੀ ਅੱਖ ਨਾਲ ਮੇਰੇ ਹਾਵ ਭਾਵ ਘੋਖਦੇ ਹੋਏ ਕਿਹਾ। ਮੇਰੇ ਪੈਰਾਂ ਹੇਠੋਂ ਜ਼ਮੀਨ ਸਰਕ ਗਈ। ਕੰਪਨੀ ਵਿੱਚ ਅੰਦਰ ਖਾਤੇ ਬਹੁਤ ਕੁਝ ਵਾਪਰ ਰਿਹਾ ਸੀ। ਪੈਟਰੋਲ ਵਿਕ ਰਿਹਾ ਸੀ, ਗੱਡੀਆਂ ਦੇ ਪੁਰਜੇ ਬਦਲ ਲਏ ਜਾਂਦੇ, ਰਾਸ਼ਨ ਵਿਕ ਰਿਹਾ ਸੀ, ਨਵੇਂ ਕੱਪੜੇ ਵੇਚ ਦਿੱਤੇ ਜਾਂਦੇ ਅਤੇ ਉਹਨਾਂ ਦੀ ਥਾਂ ਪੁਰਾਣੇ ਰੱਖ ਕੇ ਨਗ ਪੂਰੇ ਕਰ ਦਿੱਤੇ ਜਾਂਦੇ। ਸਰਕਾਰ ਦੀਆਂ ਅੱਖਾਂ ਤਾਂ ਹੁੰਦੀਆਂ ਨਹੀਂ, ਉਸਨੇ ਤਾਂ ਹੱਥ ਨਾਲ ਚੀਜ਼ ਟੋਹਣੀ ਹੁੰਦੀ ਹੈ। ਇਹ ਕਿਵੇਂ ਹੋ ਸਕਦਾ ਹੈ? ਕੰਪਨੀ ਵਿੱਚ ਸਭ ਲੋਕ ਕੀ ਕਰਦੇ ਨੇ?
ਅਫਸਰਾਂ ਬਾਰੇ ਕੀ ਸੋਚਦੇ ਨੇ, ਕੀ ਹੇਰਾ-ਫੇਰੀ ਹੁੰਦੀ ਏ ਤੇ ਕਿਵੇਂ ਕਰਦੇ ਨੇ। ਮੈਂ ਸੂਹੀਆ ਬਣ ਕੇ ਇਹ ਸਭ ਗੱਲਾਂ ਮੇਜਰ ਸਾਹਿਬ ਨੂੰ ਦੱਸਦਾ ਰਹਾਂ। ਲਾਹਨਤ ਹੈ ਮੇਰੇ 'ਤੇ। ਸੋ ਬੱਚਿਓ, ਇਸ ਤਰ੍ਹਾਂ ਹੁਣ ਮੈਨੂੰ ਲੱਗਦਾ ਕਿ ਲੇਖਕ ਨੂੰ ਇਹ ਵਜ੍ਹਾ ਮਿਲ ਗਈ ਹੈ ਕਿ ਉਹ ਨੌਕਰੀ ਛੱਡ ਸਕਦਾ ਹੈ। ਪਰ ਅੱਗੇ ਅਸੀਂ ਪੜ੍ਹਾਂਗੇ ਅਗਲੇ ਭਾਗ ਦੇ ਵਿੱਚ। ਉਦੋਂ ਤੱਕ ਤੁਸੀਂ ਇੰਨਾ ਧਿਆਨ ਦੇ ਨਾਲ ਇਹਨੂੰ ਸੁਣੋ ਅਤੇ ਸਮਝਣ ਦੀ ਕੋਸ਼ਿਸ਼ ਕਰੋ।